पार्टी ने तुहाडा मुੱਲ क्यों नहीं पाया? बड़ा कुछ अगे हैगा जे उन्होंने मेरी परवाह नहीं तो दैन वाई आई शुड बॉदर। किते लगदा है कि वफादारी दे उत्ते जिहड़ा सैलीब्रिटी ਉਹ ਭਾਰੀ ਪੈ ਗਿਆ। ਇਹ ਨਵੀਂ ਪਿਰਤ ਪਾਈ ਹੈ ਕਿ ਸੈਲੀਬ੍ਰਿਟੀ ਦੀ ਭੈਣ ਨੂੰ ਇੱਕ ਸਿਟਿੰਗ ਐਮਐਲਏ ਦੀ ਇੱਕ ਪਾਰਟੀ ਦੇ ਵਫਾਦਾਰ ਬੰਦੇ ਦੀ ਟਿਕਟ ਕੱਟ ਕੇ ਦੇਣਾ। ਸੋ ਹੁਣ ਤੁਸੀਂ ਇਹਦੇ ਤੇ ਕੋਈ ਕੁਐਸਚਨ ਨਾ ਪੁੱਛੋ, ਨਹੀਂ ਤਾਂ ਮੈਂ ਉੱਠ ਕੇ ਚੱਲ ਜਾਊਂਗਾ। ਹਰੀਸ਼ ਚੌਧਰੀ ਜੀ, ਨਵਜੋਤ ਸਿੱਧੂ ਜੀ ਤੇ ਉਹਨਾਂ ਸਾਰਿਆਂ ਨੂੰ ਮੈਂ ਮੈਸੇਜ ਪਾਇਆ ਔਰ ਮੈਂ ਬੜਾ ਭਾਵੁਕਤਾ ਨਾਲ ਮੈਸੇਜ ਪਾਇਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਜੇ ਇਸੇ ਤਰ੍ਹਾਂ ਇੰਨੇ ਸਾਲ ਵਫਾਦਾਰੀ ਕੀਤੀ ਦਾ ਤੁਸੀਂ ਇੱਦਾਂ ਨਰਾਦਰ ਕਰਨਾ, ਤੁਹਾਨੂੰ ਕੰਸੋਲ ਤਾਂ ਕਰਨਾ ਚਾਹੀਦਾ ਸੀ ਇੱਕ ਵਾਰੀ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਔਰ ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਮੋਗੇ ਤੋਂ ਮੌਜੂਦਾ ਐਮਐਲਏ ਡਾਕਟਰ ਹਰਜੋਤ ਕਮਲ ਹੋਰਾਂ ਦੇ ਕੋਲ। ਮੋਗਾ ਜਿੱਥੇ ਲਗਭਗ 2 ਦਹਾਕਿਆਂ ਤੱਕ ਅਕਾਲੀਆਂ ਦਾ ਰਾਜ ਰਿਹਾ, ਲੇਕਿਨ ਆਖਿਰਕਾਰ ਡਾਕਟਰ ਹਰਜੋਤ ਕਮਲ ਨੇ ਇਸ ਸੀਟ ਤੇ ਆਪਣੀ ਚੜ੍ਹਤ ਬਣਾਈ ਔਰ ਇਸ ਵੇਲੇ ਉਹਨਾਂ ਨੂੰ ਪਾਰਟੀ ਨੇ ਜਿਸ ਤਰ੍ਹਾਂ ਨਾਲ ਦਰਕਨਾਰ ਕੀਤਾ ਹੈ, ਜਾਣਦੇ ਹਾਂ ਕਿ ਕਿਹੋ ਜਿਹਾ ਲੱਗ ਰਿਹਾ। ਕੀ ਲੱਗ ਰਿਹਾ ਤੁਹਾਨੂੰ ਕਿ ਪਾਰਟੀ ਨੇ ਤੁਹਾਡਾ ਮੁੱਲ ਕਿਉਂ ਨਹੀਂ ਪਾਇਆ? ਪਹਿਲਾਂ ਤਾਂ ਮੈਂ ਪੰਜਾਬੀ ਨੈਸ਼ਨਲ ਚੈਨਲ ਔਰ ਰਮਨੀਕ ਜੀ ਤੁਹਾਡਾ ਧੰਨਵਾਦ ਕਰਦਾ ਔਰ ਇਹ ਗੱਲ ਨੂੰ ਕਰਦਿਆਂ ਨੂੰ ਮੈਨੂੰ ਲੱਗਦਾ ਕਿੰਨੇ ਦਿਨ ਹੀ ਹੋ ਗਏ ਆ। ਆਈ ਡੋਂਟ ਵਾਂਟ ਟੂ ਡਿਸਕਸ ਆਲ ਥੀਸ ਬਲੈਡੀ ਥਿੰਗਸ, ਹੈ ਨਾ। ਮੈਨੂੰ ਕੀ ਕੀਤਾ, ਉਹਨਾਂ ਨੇ ਕਿਉਂ ਕੀਤਾ ਹੈਗਾ, ਦੇ ਨੋ ਬੈਟਰ। ਜੇ ਤੁਸੀਂ ਇਸ ਗੱਲ ਲਈ ਪ੍ਰੇਜ਼ ਕੀਤੀ ਹੈ ਕਿ ਮੈਂ ਉਹ 2 ਦਹਾਕਿਆਂ ਵਾਲੇ ਤੇ ਆਹ ਕੀਤਾ ਉਹ ਕੀਤਾ, ਹੈ ਨਾ, ਉਹਨਾਂ ਨੂੰ ਕਿਤੇ ਦਿਸਦਾ ਨਹੀਂ ਤਾਂ ਦੈਨ ਵਾਈ ਆਈ ਸ਼ੁਡ ਡਿਸਕਸ ਆਲ ਥੀਸ ਥਿੰਗਸ, ਹੈ ਨਾ। ਜੀ, ਛੱਡ ਦਿਓ ਉਹਨਾਂ ਦਾ ਖਹਿੜਾ। ਸੋ ਹਰਜੋਤ ਕਮਲ ਉਹ ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧਣਾ ਚਾਹੁੰਦੇ ਨੇ। ਡੈਫੀਨੇਟਲੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਅੱਗੇ ਹੈਗਾ। ਜੇ ਉਹਨਾਂ ਨੂੰ ਮੇਰੀ ਪਰਵਾਹ ਨਹੀਂ ਤਾਂ ਦੈਨ ਵਾਈ ਆਈ ਸ਼ੁਡ ਬੋਦਰ ਟੂ ਦੋਜ਼ ਪੀਪਲਸ ਜਿਨ੍ਹਾਂ ਨੂੰ ਬੰਦੇ ਦੇ ਮੁੱਲ ਨਹੀਂ ਜਾਂ ਕਦਰ ਨਹੀਂ ਵਰਕਰ ਦੀ। 20 ਸਾਲ 21 ਸਾਲ ਵਾਲੇ ਵਰਕਰ ਦੇ ਉੱਤੇ ਰਿਪਲੇਸਮੈਂਟ ਮੈਟਰ ਕਰਦੀ ਹੈ ਨਾ। ਤੁਹਾਡੇ ਤੋਂ ਕੋਈ ਬੈਟਰ ਆ ਜੇ, ਤੁਹਾਡੇ 'ਚ ਕਮੀਆਂ ਹੋਣ ਅਤੇ ਫਿਰ ਉਹ ਰਿਪਲੇਸਮੈਂਟ ਜ਼ਰੂਰੀ ਹੋ ਜਾਂਦੀ ਹੈ। ਜਦੋਂ ਤੁਹਾਡੇ 'ਚ ਕੋਈ ਕਮੀ ਵੀ ਨਾ ਕੱਢ ਸਕਦਾ ਹੋਵੇ ਤਾਂ ਲੋਕ ਤੁਹਾਡੇ ਨਾਲ ਹੋਣ, ਲੋਕ ਤੁਹਾਨੂੰ ਪਿਆਰ ਕਰਦੇ ਹੋਣ ਅਤੇ ਰਿਪਲੇਸਮੈਂਟ ਵੀ ਇਹੋ ਜਿਹੀ ਪਾ ਦੇਵੇ ਜਿਹੜੀ ਤੁਹਾਡੇ ਨਾਲੋਂ ਬਹੁਤ ਥੱਲੇ ਹੋਵੇ, ਉਹਦੀ ਆਪਣੀ ਕੋਈ ਅਸੀਂ ਤੱਤਵ ਨਾ ਹੋਵੇ, ਉਹਦਾ ਆਪਣਾ ਕੋਈ ਕਿਰਦਾਰ ਨਾ ਹੋਵੇ ਅਤੇ ਉਹ ਤੁਹਾਨੂੰ ਰਿਪਲੇਸ ਕਰ ਲਵੇ ਜਿਹਨੇ ਇੱਕ ਕਿਰਦਾਰ ਬਣਾਉਣ ਵਾਸਤੇ ਸਾਰੀ ਜ਼ਿੰਦਗੀ ਲਾਤੀ। ਔਰ ਇੱਕ ਪਾਰਟੀ ਦਾ ਸੱਚਾ ਸੁੱਚਾ ਬੰਦਾ ਔਰ ਇੱਕ ਉਹਨਾਂ ਬੰਦਿਆਂ ਦਾ ਗੁਣ ਗਾਉਣ ਵਾਲਾ ਬੰਦਾ ਜਿਨ੍ਹਾਂ ਨੇ ਰਿਪਲੇਸ ਕਰ ਦਿੱਤਾ। ਜਿਹੜੇ ਲੀਡਰਸ ਨੇ, ਮੇਰੇ ਸੀਨੀਅਰਸ ਨੇ, ਉਹਨਾਂ ਦਾ ਗੁਣ। ਹੁਣ ਇਹ ਇਟ ਡਿਪੈਂਡਸ ਅਪੋਨ ਦੈਮ। ਉਹਨਾਂ ਨੂੰ ਮੁਬਾਰਕ ਹੋਵੇ ਨਵਾਂ ਚਿਹਰਾ ਔਰ ਉਹਨਾਂ ਨੂੰ ਸੰਵੰਡਣਾ ਹੋਵੇ ਅਤੇ ਉਹ ਆਉਣ ਵਾਲਾ ਸਮਾਂ ਦੱਸੂਗਾ ਕਿ ਜਿਹੜਾ ਬੰਦਾ ਉਹਨਾਂ ਦੀ ਪਾਰਟੀ 'ਚ ਆਉਣ ਤੋਂ ਪਹਿਲਾਂ 5 ਪਾਰਟੀਆਂ ਛਾਨਣਾ ਲਾਈ ਗਿਆ, ਉਹ ਉਹਨਾਂ ਦੇ ਵਾਸਤੇ ਕਿੱਡੀ ਕੁ ਵੱਡੀ ਐਸੈਟ ਬਣੂਗੀ। ਹਰਜੋਤ ਕਮਲ ਨੇ ਕਾਂਗਰਸ ਛੱਡ ਦਿੱਤੀ, ਸੋ ਮੈਂ ਆਪਣੇ ਕਾਂਗਰਸ ਦੇ ਪੁਰਾਣੇ ਸਾਥੀਆਂ ਬਾਰੇ, ਉਸ ਕਾਂਗਰਸ ਪਾਰਟੀ ਬਾਰੇ ਮੈਂ ਕੁਛ ਵੀ ਚੰਗਾ ਮਾੜਾ ਕੁਛ ਨਹੀਂ ਕਹਿਣਾ। ਸੋ ਆਪਾਂ ਕੋਈ ਨਵੀਂ ਗੱਲ ਕਰਨੀ ਤਾਂ ਆਈ ਹੈਵ ਜੁਆਇਨਡ ਬੀਜੇਪੀ। ਜੀ, ਬੀਜੇਪੀ ਤੁਸੀਂ ਜੁਆਇਨ ਕਰ ਲਈ ਹੈ, ਪਰ ਜਿਹੜੀ ਮਾਂ ਪਾਰਟੀ ਹੁੰਦੀ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਮਾਂ ਪਾਰਟੀ ਨਾਲ ਵਫਾਦਾਰੀ ਸਿਰਫ ਟਿਕਟ ਤੱਕ ਹੀ ਹੁੰਦੀ ਹੈ? ਇਹ ਗੱਲ ਟਿਕਟ ਤੱਕ ਦੀ ਹੁੰਦੀ ਤਾਂ ਕੋਈ ਮਸਲਾ ਹੀ ਨਹੀਂ ਸੀ। ਟਿਕਟ ਤਾਂ ਦੇ ਹੈਵ ਆਫਰਡ ਮੀ 1 ਟਿਕਟ। ਮੈਨੂੰ ਉਹਨਾਂ ਨੇ ਕਿਹਾ ਅਮਰਗੜ੍ਹ ਤੋਂ ਲੜ ਲਾ, ਬਟ ਗੱਲ ਇਹ ਨਹੀਂ ਹੈਗੀ ਕਿ ਕੋਈ ਟਿਕਟ ਲੈਣੀ, ਕੋਈ ਐਮਐਲਏ ਬਣਨਾ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਨਾ ਮੈਂ ਮੋਗੇ ਦਾ ਪਹਿਲਾ ਐਮਐਲਏ ਹਾਂ, ਨਾ ਮੈਂ ਆਖਰੀ ਹਾਂ। ਮੇਰੇ ਤੋਂ ਪਹਿਲਾਂ ਬਹੁਤ ਸਤਿਕਾਰਯੋਗ ਐਮਐਲਏ ਸਾਹਿਬਾਨ ਰਹੇ। ਮੈਂ ਕੋਈ ਬੰਦਾ ਕਿੰਨੀਆਂ ਟਰਮਾਂ ਕੱਟ ਸਕਦਾ ਹੈ ਨਾ, ਅਤੇ ਮੈਂ ਇੱਕ ਕੱਟ ਲਈ ਤਾਂ ਵੀ ਐਕਸ, 10 ਕੱਟ ਲਓ ਤਾਂ ਵੀ ਐਕਸ। ਸੋ ਐਂਡ ਆਫ ਦਾ ਡੇ ਕਿਤੇ ਨਾ ਕਿਤੇ ਤੁਹਾਡੇ ਸਾਹ ਮੁੱਕ ਜਾਣੇ ਜਾਂ ਤੁਹਾਡਾ ਡੈਜ਼ਿਗਨੇਸ਼ਨ ਲੱਥ ਜਾਣਾ। ਸੋ ਇਹ ਛੋਟੀਆਂ ਚੀਜ਼ਾਂ ਹੁੰਦੀਆਂ ਔਰ ਮੈਂ ਸਮਝਦਾ ਕਿ ਕਿਸੇ ਮਾੜੇ ਐਮਐਲਏ ਨਾਲੋਂ ਚੰਗਾ ਇਨਸਾਨ ਬਣਨਾ ਮੇਰੇ ਵਾਸਤੇ ਬਹੁਤ ਜ਼ਿਆਦਾ ਵੱਡੀ ਚੀਜ਼ ਹੁੰਦੀ ਹੈ। ਸੋ ਜਿੱਥੇ ਟਿਕਟ ਦੀ ਗੱਲ ਸੀ, ਐਮਐਲਏ ਬਣਨ ਦੀ ਸੀ, ਤਾਂ ਉਹਦੇ ਵਾਸਤੇ ਤਾਂ ਉਹਨਾਂ ਨੇ ਮੈਨੂੰ ਆਫਰ ਕੀਤੀ ਔਰ ਮੈਨੂੰ ਇਹ ਵੀ ਕਿਹਾ ਵੀ ਉਹ ਬੜੀ ਸੇਫ ਸੀਟ ਆ, ਤੈਨੂੰ ਜਿਤਾ ਕੇ ਲਿਆਵਾਂਗੇ ਜੀ ਐਂਡ ਉਹ। ਬਟ ਗੱਲ ਇਹ ਨਹੀਂ ਹੈਗੀ। ਗੱਲ ਤਾਂ ਇਹ ਆ ਕਿ ਤੁਹਾਡਾ ਇੱਕ ਆਪਣਾ ਮਾਨ ਸਨਮਾਨ ਹੁੰਦਾ, ਉਸ ਨੂੰ ਜਦੋਂ ਠੇਸ ਵੱਜਦੀ ਆ। ਗੁਰਬਾਣੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ, ਜੱਬੇ ਬਾਣ ਲਾਗੇ ਤਵੇ ਰੋਸ ਜਾਗੇ। ਅਸੀਂ ਸਾਰੇ ਜਾਣੇ ਇੱਥੇ ਬੈਠੇ ਹਾਂ
ਤੇ ਉਹ ਚੋਰਾਂ ਵਾਂਗੂ ਆਏ ਤੇ ਉਹਨੂੰ ਮੂੰਹ 'ਚ ਲੱਡੂ ਪਾ ਕੇ ਪਟਕਾ ਪਾ ਕੇ ਉਹਦੇ ਗਲ 'ਚ ਤੇ ਭੱਜ ਗਏ। ਸੋ ਕਿਉਂ ਤੁਹਾਨੂੰ ਹਰਜੋਤ ਤੋਂ ਤੇ ਉਹਦੇ ਸਾਥੀਆਂ ਤੋਂ ਅੱਜ ਡਰ ਕਿਉਂ ਲੱਗਣ ਲੱਗ ਪਿਆ? ਫੋਰਸ ਤੁਹਾਡੀ ਲੱਗ ਗਈ ਵੀ ਇੱਥੇ ਆਉਂਗੇ ਤੇ ਤੁਸੀਂ ਚੋਰਾਂ ਵਾਂਗੂ ਭੱਜ ਗਏ ਉਸੇ ਹਰਜੋਤ ਤੋਂ ਜਿਹੜਾ ਗੁਣ ਗਾਉਂਦਾ ਸੀ ਵੀ ਮੈਨੂੰ ਉਹਨੇ ਟਿਕਟ ਦਵਾਈ, ਉਹਨੇ ਟਿਕਟ ਦਵਾਈ। ਸਾਰੇ 5 ਸਾਲ ਤੁਹਾਡੇ ਜੱਸ ਗਾਉਂਦਾ ਰਿਹਾ। ਅੱਜ ਤੁਹਾਨੂੰ ਉਸੇ ਆਪਣੇ MLA ਤੋਂ ਤੇ ਕਾਂਗਰਸ ਦੇ ਉਹ ਜਿਹੜੇ ਸੀਨੀਅਰ ਲੋਕ ਹੈਗੇ ਆ, ਕੌਂਸਲਰਸ ਸੀਗੇ, ਜਿਹੜੇ ਸਰਪੰਚ ਸੀਗੇ, ਜਿਹੜੇ ਹੋਰ ਡੈਜ਼ੀਗਨੇਟਡ ਪਰਸਨੈਲਿਟੀ ਸੀਗੀਆਂ, ਉਹ ਸਾਰੀਆਂ ਖੜੀਆਂ ਸੀ। ਉਹ ਤਾਂ ਮੇਰੇ ਹੱਕ 'ਚ ਹਾਂ ਦਾ ਨਾਅਰਾ ਮਾਰਨ ਆਏ ਸੀ ਨਾ, ਤੁਹਾਡੇ ਲਈ ਤਾਂ ਕੋਈ। ਤੇ ਤੁਸੀਂ ਉਹਨਾਂ ਤੋਂ ਅੱਜ ਉਹਨਾਂ ਤੋਂ ਆਪਣੇ ਵਰਕਰਾਂ ਤੋਂ ਹੀ ਤੁਸੀਂ ਡਰ ਕੇ ਭੱਜ ਗਏ। ਸੋ ਅਸੀਂ ਕਿਤੇ ਨਾ ਕਿਤੇ, ਸਪੈਸ਼ਲੀ ਮੈਂ ਔਰ ਮੇਰੇ ਸਾਥੀਆਂ ਨੇ ਇਨਸਲਟਡ ਫੀਲ ਕੀਤਾ। ਉਹ ਸੋ ਦਰਦ ਹੋਇਆ ਤਾਂ ਉਹ ਹਾਰਟ ਬਲੀਡ ਕੀਤਾ। ਫਿਰ ਵੀ ਮੈਂ ਉਹ ਆਪਣੇ ਜਿਹੜੇ ਸੀਨੀਅਰਸ ਨੇ, ਜਾਖੜ ਸਾਹਿਬ, ਆਪਣੇ ਪ੍ਰਤਾਪ ਬਾਜਵਾ ਜੀ, ਚੰਨੀ ਜੀ ਨੂੰ ਮਿਲ ਕੇ ਕਿਹਾ ਔਰ ਜਿਹੜੇ ਸਾਡੇ ਪ੍ਰਭਾਰੀ ਹੈਗੇ ਨੇ ਉਹਨਾਂ ਸਾਰਿਆਂ ਨੂੰ ਮੈਸੇਜ ਪਾਇਆ ਮੈਂ, ਹਰੀਸ਼ ਚੌਧਰੀ ਜੀ, ਨਵਜੋਤ ਸਿੱਧੂ ਜੀ, ਤੇ ਉਹਨਾਂ ਸਾਰਿਆਂ ਨੂੰ ਮੈਂ ਮੈਸੇਜ ਪਾਇਆ ਔਰ ਮੈਂ ਬੜਾ ਭਾਵੁਕਤਾ ਨਾਲ ਮੈਸੇਜ ਪਾਇਆ। ਤੇ ਮੈਂ ਉਹਨਾਂ ਨੂੰ ਕਿਹਾ ਕਿ ਜੇ ਇਸੇ ਤਰ੍ਹਾਂ ਇੰਨੇ ਸਾਲ ਵਫਾਦਾਰੀ ਕੀਤੀ ਦਾ ਤੁਸੀਂ ਇੱਦਾਂ ਨਰਾਦਰ ਕਰਨਾ ਹੈ ਨਾ, ਤਾਂ ਤੁਹਾਨੂੰ ਕੰਸੋਲ ਤਾਂ ਕਰਨਾ ਚਾਹੀਦਾ ਸੀ ਇੱਕ ਵਾਰੀ। ਤਾਂ ਤੁਸੀਂ ਜੇ ਐਵੇਂ ਨਰਾਦਰ ਕਰਨਾ ਤਾਂ ਵਿਦ ਬਲੀਡਿੰਗ ਹਾਰਟ ਆਈ ਹੈਵ ਟੂ ਚੇਂਜ ਮਾਈ ਮਦਰ ਪਾਰਟੀ। ਇਹ ਗੱਲ ਹੈਗੀ ਆ ਪਿਛਲੇ ਮੰਡੇ ਸਵੇਰੇ 7:15 ਵਜੇ ਦੀ। ਅਜੇ ਤੱਕ ਕਿਸੇ ਨੇ ਫੋਨ ਕਰਕੇ ਵੀ ਨਹੀਂ ਕਿਹਾ ਵੀ ਕਾਕਾ ਐਂ ਕਿਉਂ ਕਹਿਣਾ। ਸੋ ਫਿਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਵਫਾਦਾਰੀ ਦੇ ਉੱਤੇ ਜਿਹੜਾ ਸੈਲੀਬ੍ਰਿਟੀ ਉਹ ਭਾਰੀ ਪੈ ਗਿਆ। ਦੇਖੋ ਮੈਨੂੰ ਰਮਨੀਕ ਜੀ ਬਾਰ-ਬਾਰ ਇਸ ਗੱਲ 'ਤੇ ਨਾ ਬੁਲਾਓ। ਮੈਂ ਇਹਦੇ 'ਤੇ ਤੁਹਾਨੂੰ ਦੱਸ ਦਿੱਤਾ ਵੀ ਮੈਂ ਛੱਡ ਦਿੱਤੀ। ਤੁਹਾਡਾ ਕੁਐਸਚਨ ਸੀਗਾ ਕਿ ਇਕੱਲੇ MLA-ਸ਼ਿਪ ਵੱਡੀ ਆ, ਉਹਦੇ ਬਾਰੇ ਮੈਂ ਦੱਸਤਾ। ਉਹ ਸ਼ੀ ਇਜ਼ ਨੋਟ ਸੈਲੀਬ੍ਰਿਟੀ, ਓਕੇ। ਤੇ ਉਹਦਾ ਬ੍ਰਦਰ ਹੈਗਾ। ਪਹਿਲੀ ਵਾਰੀ ਇਵੇਂ ਹੋਇਆ, ਇੱਕ ਸਦਨਾ ਕਸਾਈ ਸੀ, ਉਹਨੇ ਬੱਕਰੇ ਦਾ ਉਹ ਮਾਸ ਵੇਚਦਾ ਸੀ। ਉਹਦੇ ਕੋਲੇ ਉਹ ਆ ਗਿਆ ਕੋਈ ਗਾਹਕ, ਉਹ ਕਹਿੰਦਾ ਵੀ ਥੋੜ੍ਹਾ ਹੀ ਮੀਟ ਚਾਹੀਦਾ ਕਿਲੋ ਕੁ। ਅਤੇ ਉਹ ਕਹਿੰਦਾ ਚੱਲ ਬੱਕਰਾ ਤਾਂ ਹੁਣ ਸਾਰਾ ਵੱਢਿਆ ਖਰਾਬ ਹੋ ਜਾਣਾ, ਇਕੱਲੀ ਲੱਤ ਵੱਢ ਦਿੰਦਾ। ਜਦੋਂ ਬੱਕਰੇ ਦੀ ਲੱਤ ਵੱਢਣ ਲੱਗਿਆ ਤਾਂ ਉਹ ਬੱਕਰਾ ਹੱਸ ਪਿਆ। ਉਹ ਕਹਿੰਦਾ ਕੀ ਹੋਇਆ? ਕਹਿੰਦਾ ਬਹੁਤ ਜਨਮ ਹੋ ਗਏ, ਕਦੀ ਤੂੰ ਕਸਾਈ ਬਣਦਾ ਸੀ ਅਤੇ ਮੈਂ ਬੱਕਰਾ, ਕਦੀ ਮੈਂ ਕਸਾਈ ਬਣਦਾ ਸੀ ਅਤੇ ਤੂੰ ਬੱਕਰਾ। ਆ ਨਵੀਂ ਪਿਰਤ ਪਾਉਣ ਲੱਗਿਆ ਵੀ ਲੱਤ ਵੱਢਣ ਵਾਲੀ, ਦੇਖ ਲਾ ਤੈਨੂੰ ਵੀ ਚੱਲਣੀ ਪੈਣੀ ਹੈ। ਸੋ ਇਹ ਨਵੀਂ ਪਿਰਤ ਪਾਈ ਹੈ ਕਿ ਸੈਲੀਬ੍ਰਿਟੀ ਦੀ ਭੈਣ ਨੂੰ, ਇੱਕ ਸਿਟਿੰਗ MLA ਦੀ, ਇੱਕ ਪਾਰਟੀ ਦੇ ਵਫਾਦਾਰ ਬੰਦੇ ਦੀ ਟਿਕਟ ਕੱਟ ਕੇ ਦੇਣਾ। ਸੋ ਹੁਣ ਤੁਸੀਂ ਇਹਦੇ 'ਤੇ ਕੋਈ ਕੁਐਸਚਨ ਨਾ ਪੁੱਛੋ, ਨਹੀਂ ਤਾਂ ਮੈਂ ਉੱਠ ਕੇ ਚੱਲ ਜਾਊਂਗਾ। ਜੀ। ਸੋ ਇਹ ਦੱਸੋ ਵੀ ਇਸ ਵੇਲੇ ਕਿਵੇਂ ਦਾ ਰਿਸਪੌਂਸ ਮਿਲ ਰਿਹਾ? ਕਿ BJP ਦੇ ਨਾਲ ਰਲ ਕੇ ਉਹੋ ਜਿਹਾ ਰਿਸਪੌਂਸ ਮਿਲ ਜਾਏਗਾ? BJP ਨੈਸ਼ਨਲ ਪਾਰਟੀ ਹੈ ਔਰ ਇਸ ਵੇਲੇ ਮੈਂ ਸਮਝਦਾ ਕਿ ਸਿਆਸਤ ਜਿਹੜੀ ਆ ਉਹ ਦੋ ਚੀਜ਼ਾਂ ਦੇ ਉੱਤੇ ਖੜੀ ਹੁੰਦੀ ਹੈ। ਇੱਕ ਉਹਦਾ ਸਿਆਸੀ ਪੱਖ ਹੁੰਦਾ, ਸੱਤਾ ਪੱਖ ਜਿਹੜਾ, ਅਤੇ ਦੂਜਾ ਉਹਦਾ ਸੰਗਠਨਾਤਮਕ ਪੱਖ ਹੁੰਦਾ, ਸੰਗਠਨ ਹੁੰਦਾ। ਅੱਜ ਜੇ ਕਾਂਗਰਸ ਇਸ ਲੈਵਲ ਤੱਕ ਥੱਲੇ ਚੱਲ ਗਈ ਹੈ, ਉਹਦੇ ਵਿੱਚ ਸਭ ਤੋਂ ਵੱਡਾ ਇਹੀ ਹੈ ਕਿ ਉਹਦੇ 'ਚ ਸੱਤਾ ਤਾਂ ਭਾਰੂ ਆ, ਸੰਗਠਨ ਕਿਤੇ ਹੈ ਨਹੀਂ। ਨੈਸ਼ਨਲ ਲੈਵਲ ਦੇ ਉੱਤੇ ਵੀ ਸਾਨੂੰ ਕਾਂਗਰਸ ਦੇ ਵਿੱਚ ਕੋਈ ਅੱਜ ਸੰਗਠਨ ਜਾਂ ਕੋਈ ਸਾਡਾ ਇਸ ਕੱਦ ਦਾ ਲੀਡਰ ਨਹੀਂ ਦਿਸਦਾ ਜਿਹੜਾ BJP ਨੂੰ ਸੈਂਟਰ 'ਚ ਆਉਣ ਵਾਲੇ ਕਾਫੀ ਸਾਲ ਰਿਪਲੇਸ ਕਰ ਦੂਗਾ। ਸੋ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ, ਪਿਛਲੇ 5 ਸਾਲ ਤੋਂ ਜਾਖੜ ਸਾਹਿਬ ਚਾਹੇ ਪ੍ਰਧਾਨ ਰਹੇ, ਇਕੱਲੇ ਜ਼ਿਲ੍ਹਾ ਪ੍ਰਧਾਨ ਲਾ ਕੇ ਕੰਮ ਚਲਾਈ ਗਏ। ਜੇ ਨਵਜੋਤ ਸਿੱਧੂ ਜੀ ਪ੍ਰਧਾਨ ਬਣਿਆ ਤਾਂ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਬਦਲ ਕੇ ਜ਼ਿਲ੍ਹਾ ਪ੍ਰਧਾਨ ਹੀ ਹੋਰ ਲਾ ਲਏ। ਸੋ ਥੱਲੇ ਕਿਤੇ ਸੰਗਠਨ ਕੰਮ ਨਹੀਂ ਕਰ ਰਿਹਾ। ਸੋ ਜੇ ਸਮੈਲ ਦੀਆਂ ਨੀਹਾਂ ਹੀ ਨਾ ਹੋਣ, ਉਹ ਕਿੰਨੀ ਕੁ ਦੇਰ ਉੱਤੇ ਖੜਾ ਰਹੂਗਾ। ਸੋ ਅੱਜ ਵੀ ਤੇ ਸਵੇਰੇ ਵੀ ਡਿੱਗਿਆ ਕੋਈ ਡਿੱਗਿਆ ਹੈ ਜੀ। ਸੋ BJP ਦੇ ਮੋਦੀ ਸਾਹਿਬ ਦੀਆਂ ਕਿਹੜੀਆਂ ਪਾਲਿਸੀਆਂ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ, ਜਾਂ ਤੁਹਾਨੂੰ ਲੱਗਦਾ ਹੈ ਕਿ ਕਿਸਾਨੀ ਦੇ ਮੁੱਦੇ ਕਰਕੇ BJP ਦੇ ਪੰਜਾਬ ਦੇ ਵਿੱਚ ਪੈਰ ਲੱਗਣਗੇ? ਦੇਖੋ, ਜਿਸ ਬੇੜੀ ਦੇ ਵਿੱਚ ਸਵਾਰ ਹੋਈਏ ਉਹਦੀ ਨਿੰਦਾ ਨਹੀਂ ਕਰੀਦੀ, ਉਹਦੀ ਸਲਾਹ ਕਰੀਦੀ ਹੈ। ਸੋ ਆਈ ਹੈਵ ਜੁਆਇਨਡ BJP। ਸੋ ਮੈਂ BJP ਦੀਆਂ ਪਾਲਿਸੀਆਂ, BJP ਦੇ ਕੀਤੇ ਕੰਮ ਜੇ ਲੋਕਾਂ ਨੂੰ ਪਸੰਦ ਹੋਣਗੇ ਤਾਂ ਹੀ 10 ਸਾਲ ਉਹਨਾਂ ਨੂੰ ਬੈਠੇ ਹੋ ਗਿਆ ਸੈਂਟਰ ਦੇ ਵਿੱਚ, ਦੂਜੀ ਵਾਰੀ ਰਿਪੀਟ ਹੋ ਗਈ ਉਹ। ਔਰ ਉਹਦੇ ਤੋਂ ਇਲਾਵਾ ਅਗਲੀ ਵੀ ਮੈਨੂੰ ਬਹੁਤ ਸਾਲ
ਕੋਈ ਉਹਨਾਂ ਦਾ ਤੋੜ ਕੋਈ ਬਦਲ ਨਹੀਂ ਦਿੱਤਾ, ਤਾਂ ਇਹਦਾ ਮਤਲਬ ਦੇ ਆਰ ਡੂਇੰਗ ਵੰਡਰ। ਸੋ ਕਿਤੇ ਨਾ ਕਿਤੇ ਜਿਹੜੇ ਕੰਮ ਹੈਗੇ ਆ ਉਹ ਹੋ ਰਹੇ। ਔਰ ਮੈਂ ਸਭ ਤੋਂ ਵੱਡੀ ਤੁਹਾਨੂੰ ਗੱਲ ਕਹਾਂ ਕਿ ਚਲੋ ਮੈਂ ਜਿਵੇਂ ਕਿਹਾ ਕਿ ਜਿਸ ਬੇੜੀ 'ਚ ਸਵਾਰ ਹੋਈਏ ਉਹਦੀ ਸਿਫਤ ਕਰਨੀ ਬਣਦੀ। ਸੋ ਕੋਈ ਨਜਾਇਜ਼ ਨਹੀਂ, ਜਾਇਜ਼ ਪਹਿਲੀ ਗੱਲ ਤਾਂ ਇਹ ਹੈ, ਮੈਂ ਦੱਸਿਆ ਕਿ ਉਹਦਾ ਸੰਗਠਨ ਬਹੁਤ ਮਜ਼ਬੂਤ ਹੈ, ਇਸ ਕਰਕੇ ਉਹਦੀਆਂ ਜੜ੍ਹਾਂ ਬੜੀਆਂ ਪੱਕੀਆਂ ਤੇ ਫਰਮ ਹੈਗੀਆਂ। ਦੂਜਾ ਇਹ ਹੈਗਾ ਕਿ ਜਿਹੜਾ ਅੱਜ ਜੇ ਮੈਂ ਗੱਲ ਕਰਾਂ ਸੰਗਠਨ ਤੋਂ ਉੱਪਰਲੀ, ਤਾਂ ਉੱਥੇ ਵੀ ਜਿਹੜੀ ਤੁਸੀਂ ਆ ਕਿਸਾਨਾਂ ਦੀ ਜਾਂ ਦੂਜੀ ਤੀਜੀ ਗੱਲ ਕਹੀ, ਹਰ ਪਾਰਟੀ ਦੇ ਵਿੱਚੋਂ ਕੁਛ ਨਾ ਕੁਛ ਮਾੜਾ ਪੱਖ ਹੁੰਦਾ ਸਾਹਮਣੇ। ਜੇ ਤੁਸੀਂ ਉਹਦੇ ਤੋਂ ਤੁਸੀਂ ਹੁਣ ਕਿਸਾਨਾਂ ਦੇ ਅੰਦੋਲਨ ਦੀ, ਕਿਸਾਨਾਂ ਦੇ ਉੱਥੇ ਸ਼ਹੀਦ ਹੋਣ ਦੀ ਉਹ ਗੱਲ ਆ, ਅਤੇ ਇਹ ਕਮੀਆਂ ਹਰ ਪਾਰਟੀ 'ਚ ਹੁੰਦੀਆਂ। ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਬਰਗਾੜੀ ਮੋਰਚੇ 'ਤੇ ਬੈਠੇ ਬੰਦਿਆਂ 'ਤੇ ਗੋਲੀਆਂ ਚਲਾਤੀਆਂ, ਉਹ ਵੀ ਤਾਂ ਸ਼ਹੀਦ ਹੋਏ। ਜੇ ਕਾਂਗਰਸ ਦੀ ਗੱਲ ਕਰਾਂ, ਉਹਨੇ ਦਰਬਾਰ ਸਾਹਿਬ 'ਤੇ ਹਮਲਾ ਕਰਾਤਾ, ਉਹਨਾਂ ਦੇ ਵੀ ਤਾਂ ਮਾੜਾ ਕੀਤਾ। ਬਟ ਜਿਵੇਂ ਉਹਨਾਂ ਨੂੰ ਭੁੱਲ ਕੇ ਲੋਕਾਂ ਨੇ ਕਾਂਗਰਸ ਨੂੰ ਵੀ ਰਾਜ ਦਿੱਤਾ, ਇਹਨਾਂ ਨੂੰ ਭੁੱਲ ਕੇ ਇਹ ਵੀ ਅਕਾਲੀ ਵੀ ਆ ਜਾਂਦੇ ਆ। ਸੋ ਉਹਨੂੰ ਬਿੱਲਾਂ ਨੂੰ ਮੋਦੀ ਸਾਹਿਬ ਨੇ ਵਿਦ ਫੋਲਡਡ ਹੈਂਡ ਮਾਫੀ ਮੰਗੀ ਹੈ, ਔਰ ਬਿੱਲ ਸਾਰੇ ਜੋ ਕਿਸਾਨਾਂ ਦੀ ਮੰਗ ਸੀ ਉਹਨਾਂ ਨੂੰ ਵਾਪਸ ਲਿਆ। ਔਰ ਖਾਸ ਕਰਕੇ ਉਹਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਕੀਤਾ। ਔਰ ਉਸ ਤੋਂ ਬਾਅਦ ਹੁਣ ਜਿਹੜਾ ਚਾਚਾ ਨਹਿਰੂ ਜੀ ਦੇ ਨਾਂ ਨਾਲ ਜੋੜਿਆ ਜਾਂਦਾ ਸੀ ਬਾਲ ਦਿਵਸ, ਉਹਨੂੰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੇ ਸ਼ਹੀਦੀ ਦਿਵਸ ਦੇ ਉੱਤੇ, ਸਾਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਜਿਹੜਾ ਹੈਗਾ ਉਹਨੂੰ ਬਾਲ ਦਿਵਸ ਦੇ ਤੌਰ ਦੇ ਉੱਤੇ, ਵੀਰ ਬਾਲ ਦਿਵਸ ਦੇ ਤੌਰ 'ਤੇ ਮਨਾਉਣ ਦੀ ਗੱਲ ਕੀਤੀ। ਸੋ ਚੰਗੇ ਪੱਖ ਹੈਗੇ ਆ ਜਿਹੜੇ ਆਪਾਂ ਨੂੰ ਮੰਨਣੇ ਚਾਹੀਦੇ ਆ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਹਰਜੋਤ ਜੀ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ। ਸੋ ਇਹ ਸਨ ਬੀਜੇਪੀ ਦੇ ਹਰਜੋਤ ਕਮਲ ਜੀ, ਜੋ ਕਿ ਕਾਂਗਰਸ ਦਾ ਪੱਲਾ ਛੱਡ ਕੇ ਹੁਣ ਬੀਜੇਪੀ ਦੇ ਵਿੱਚ ਆ ਚੁੱਕੇ ਨੇ। ਬਹੁਤ ਬਹੁਤ ਸ਼ੁਭ ਇੱਛਾਵਾਂ ਤੁਹਾਡੀਆਂ। ਥੈਂਕ ਯੂ ਵੈਰੀ ਮਚ ਜੀ, ਸ਼ੁਕਰੀਆ।